वाहिगुरु जी का खालसा वाहिगुरु जी की फतेह। गुरु प्यारे गुरु सवारे सतसंगी जनों, सतगुर दी रहमत किरपा दे नाल आपां जो सौ दर सिरलेख जपजी साहिब जी दी पावन गुरबाणी तो बाद विच 8 नंबर अंक ते गुरु ग्रंथ साहिब महाराज अंदर शुरुआत हुंदी है। ਉਹਦੇ ਵਿੱਚ 4 ਸ਼ਬਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਜੋ ਉਹਦੇ ਵਿੱਚ 5ਵਾਂ ਸ਼ਬਦ ਹੈ ਰਾਗ ਗੂਜਰੀ। ਗੂਜਰੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ। ਰਾਗ ਗੂਜਰੀ ਮਹਿਲਾ 5ਵਾਂ। ਰਹਾਉ ਵਾਲੇ ਬੰਦ ਅੰਦਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਮਨੁੱਖ ਆਪਣੇ ਜੀਵਨ ਨੂੰ ਸਫਲ ਕਰਦਾ ਹੈ, ਉਹ ਤਰਦਾ ਹੈ ਜਿਹੜਾ ਮਨੁੱਖ ਆਪਣੇ ਜੀਵਨ ਅੰਦਰ ਸਤ ਸੰਗਤ ਨੂੰ ਮਿਲਦਾ ਹੈ। ਸਤ ਸੰਗਤ ਉਹਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਸਤ ਸੰਗਤ ਦਾ ਭਾਵ ਆਪਾਂ ਪਿੱਛੇ ਵੀ ਸਮਝ ਚੁੱਕੇ ਸੀ। ਜਿਸ ਸੰਗਤ ਦੇ ਵਿੱਚ ਸਾਨੂੰ ਸੱਚ ਦਾ ਮਿਲਾਪ ਹੋਵੇ, ਸੱਚ ਦੀ ਜਾਣਕਾਰੀ ਮਿਲੇ, ਅਸੀਂ ਸੱਚ ਦੇ ਨਾਲ ਜੁੜੀਏ, ਉਸ ਸੰਗਤ ਨੂੰ ਸਤ ਸੰਗਤ ਕਿਹਾ ਜਾਂਦਾ ਹੈ। ਜਿਸ ਸੰਗਤ ਵਿੱਚ ਸੱਚ ਨਾ ਹੋ ਕੇ ਕੂੜ ਦਾ ਪ੍ਰਚਾਰ ਹੁੰਦਾ ਹੋਵੇ ਉਹਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ। ਕਿਉਂਕਿ ਸੰਗਤ ਵਿੱਚ ਹੁੰਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ। ਪਰਮ ਪਦ ਭਾਵ ਜੀਵਨ ਆਚਰਣ, ਜੀਵਨ ਕਿਰਦਾਰ, ਆਪਣੇ ਜੀਵਨ ਨੂੰ ਉੱਚਿਆਂ ਚੁੱਕ ਲਿਆ। ਨੀਵੇਂ ਕਰਮਾਂ ਤੋਂ ਮਨੁੱਖ ਉੱਚ ਕਰਮਾਂ ਵੱਲ ਆ ਜਾਂਦਾ। ਜਦੋਂ ਚੰਗੇ ਕਰਮਾਂ ਵੱਲ ਆ ਜਾਂਦਾ ਕਾਹਦੇ ਨਾਲ? ਗੁਰ ਪ੍ਰਸਾਦ। ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਮੰਨ ਲਓ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ ਉਹ ਮਨੁੱਖ ਇਉਂ ਹੁੰਦਾ ਹੈ ਜਿਵੇਂ ਸੁੱਕੀ ਲੱਕੜ ਹਰੀ ਹੋ ਜਾਵੇ। ਮਤਲਬ ਸੁੱਕੀ ਲੱਕੜ ਹਰੀ ਹੋਣ ਦਾ ਚਾਂਸ ਨਹੀਂ ਹੁੰਦਾ, ਪਰ ਉਹ ਵੀ ਹਰੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਗੁਰੂ ਦਾ ਸੰਗ ਐਸਾ ਹੈ। ਇਸੇ ਕਰਕੇ ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਉਹਦੇ ਵਿੱਚ ਇਹ ਸ਼ਬਦ ਸਾਨੂੰ ਗੁਰੂ ਦੀ ਮਹਿਮਾ ਵਜੋਂ ਮਿਲਦਾ ਹੈ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਕੱਚ ਤੋਂ ਕੰਚਨ ਬਣ ਜਾਂਦਾ ਹੈ ਮਨੁੱਖ, ਭਾਵ ਸੋਨਾ ਹੋ ਜਾਂਦਾ ਹੈ। ਕੱਚ ਕੀਮਤੀ ਨਹੀਂ ਹੈ ਪਰ ਕੰਚਨ ਕੀਮਤੀ ਹੈ। ਜਿਹੜਾ ਕੀਮਤੀ ਵੀ ਨਹੀਂ ਹੈ ਉਹ ਗੁਰੂ ਦੇ ਨਾਲ ਜੁੜ ਕਰਕੇ ਗੁਰੂ ਦੇ ਸ਼ਬਦ ਦੇ ਰਾਹੀਂ ਬੇਸ਼ਕੀਮਤੀ ਬਣ ਜਾਂਦਾ ਹੈ। ਕੱਚੋਂ ਹੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦਾ ਹੈ। ਭਾਵ ਮਨੁੱਖ ਪਹਿਲਾਂ ਜ਼ਹਿਰ ਵਰਗਾ ਕੌੜਾ ਹੈ, ਜ਼ਹਿਰ ਵਰਗਾ ਨੁਕਸਾਨਦੇਹ ਹੈ, ਆਤਮਿਕ ਮੌਤੇ ਮਰਿਆ ਹੈ, ਪਰ ਬਾਅਦ ਵਿੱਚ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ ਇਹ ਅੰਮ੍ਰਿਤ ਬਣ ਜਾਂਦਾ ਹੈ। ਇਹਦਾ ਜੀਵਨ ਉੱਚਿਆਂ ਹੋ ਜਾਂਦਾ ਹੈ ਕਿਉਂਕਿ ਗੁਰੂ ਦਾ ਸ਼ਬਦ ਐਸਾ ਹੈ। ਇੱਥੇ ਸੋ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਆ ਕੇ ਪਰਮ ਪਦ ਪ੍ਰਾਪਤ ਕਰਦਾ ਹੈ, ਸੰਗਤ ਨੂੰ ਮਿਲਦਾ ਹੈ, ਉਹਦਾ ਪਾਰ ਉਤਾਰਾ ਹੁੰਦਾ ਹੈ। ਪਰ ਹੁੰਦਾ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਗੁਰੂ ਸਾਹਿਬ ਕਹਿਣ ਲੱਗੇ ਮਨੁੱਖ ਦਾ ਜੋ ਜੀਵਨ ਦਾ ਮਨੋਰਥ ਇਹ ਹੈ ਵੀ ਉਹ ਆਪਣੇ ਜੀਵਨ ਅੰਦਰ ਸੱਚ ਨੂੰ ਕਮਾਏ। ਇਸ ਕਰਕੇ ਗੁਰੂ ਸਾਹਿਬ ਫਿਰ ਉਦਾਹਰਨਾਂ ਦਿੰਦੇ ਨੇ। ਕਿਉਂਕਿ ਜਦੋਂ ਮਨੁੱਖ ਨੂੰ ਕਹੀਏ ਵੀ ਆਹ ਕੰਮ ਕਰੇਗਾ ਤਾਂ ਪਾਰ ਉਤਾਰੇ, ਸਤ ਸੰਗਤ ਦੀ ਗੱਲ, ਗੁਰੂ ਦੀ ਬਾਣੀ ਦੇ ਨਾਲ ਜੁੜਨ ਦੀ ਗੱਲ, ਤੇ ਇਹ ਮਨੁੱਖ ਕਈ ਵਾਰ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਆਪਣੇ ਕਾਰੋ ਵਿਹਾਰ ਕਰਦਾ,
ਜਾਂ ਬੱਚਿਆਂ ਦੀ ਪੜ੍ਹਾਈ, ਬੜੇ ਤਰ੍ਹਾਂ ਦੇ ਬਹਾਨੇ ਮਨੁੱਖ ਦੇ ਕੋਲ ਹੁੰਦੇ ਨੇ ਵੀ ਮੈਂ ਬਾਣੀ ਇਸ ਕਰਕੇ ਨਹੀਂ ਪੜ੍ਹ ਪਾਉਂਦਾ, ਇਸ ਕਰਕੇ ਗੁਰੂ ਦੀ ਵਿਚਾਰ ਦੇ ਨਾਲ ਨਹੀਂ ਜੁੜ ਪਾਉਂਦਾ। ਸੋ ਗੁਰੂ ਸਾਹਿਬ ਕਹਿਣ ਲੱਗੇ ਵੀ ਵੇਖ ਮੇਰੇ ਮਨਾ, ਜਿਹੜੇ ਉਦਮਾਂ ਦੇ ਨਾਲ ਤੂੰ ਚਾਹੁੰਦਾ ਵੀ ਮੈਂ ਆਪਣਾ ਪਾਲਣ ਪੋਸ਼ਣ ਕਰ ਲਵਾਂ, ਅਸਲ ਵਿੱਚ ਤੇਰੇ ਪਾਲਣ ਦਾ ਪੋਸ਼ਣ ਦਾ ਪ੍ਰਬੰਧ ਮੇਰੇ ਪਰਮੇਸ਼ਰ ਨੇ ਆਪਣੇ ਵੱਲੋਂ ਪਹਿਲਾਂ ਹੀ ਕਰਕੇ ਰੱਖਿਆ ਹੈ। ਤੈਨੂੰ ਖਾਲੀ ਉਦਮ ਕਰਨ ਦੀ ਲੋੜ ਹੈ, ਪਰ ਜੋ ਤੇਰੇ ਹਿੱਸੇ ਦਾ ਹੈ ਉਹ ਤੈਨੂੰ ਪ੍ਰਾਪਤ ਹੋ ਹੀ ਜਾਣਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈਂ ਹੈ, ਲੇਖੇ ਆਵੈਂ ਭਾਗ। ਜੀਵਨ ਵਿੱਚ ਕੁਝ ਮਿਲ ਜਾਣਾ, ਜੀਵਨ ਵਿੱਚ ਕੁਝ ਵਿਛੜ ਜਾਣਾ, ਇਹ ਸੰਸਾਰ ਦੀ ਕਾਰ ਹੈ, ਪਰ ਜੋ ਤੇਰੇ ਹਿੱਸੇ ਵਿੱਚ ਹੈ ਗੁਰੂ ਸਾਹਿਬ ਕਹਿੰਦੇ ਤੈਨੂੰ ਮਿਲ ਹੀ ਜਾਏਗਾ। ਅੱਜ ਗੁਰੂ ਸਾਹਿਬ ਉਸੇ ਗੱਲ ਨੂੰ ਸਮਝਾਉਣ ਦੇ ਲਈ ਪਹਿਲੀ ਉਦਾਹਰਣ ਦਿੰਦੇ ਨੇ, ਕਾਹੇ ਰੇ ਮਨ। ਕਾਹੇ ਦਾ ਭਾਵ ਹੈ ਕਿਸ ਲਈ। ਰੇ ਮਨ, ਹੈ ਮੇਰੇ ਮਨ, ਚਿੱਤ ਮਹਿ ਉਦਮ, ਤੂੰ ਉਦਮ ਚਿਤਵਦਾ ਪਿਆ ਹੈ ਵੀ ਤੇਰੇ ਵੱਲੋਂ ਕੀਤੇ ਹੋਏ ਕੁਝ ਦੇ ਨਾਲ ਹੀ ਇਹ ਜ਼ਿੰਦਗੀ ਚੱਲਣੀ ਹੈ, ਤੇਰੇ ਕੀਤੇ ਉਦਮ ਦੇ ਨਾਲ ਹੀ ਸ਼ਾਇਦ ਸਾਰਾ ਕੁਝ ਹੋਣਾ ਹੈ। ਕਾਹੇ ਰੇ ਮਨ ਚਿੱਤ ਮਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੈ ਕਰ ਧਰਿਆ। ਪੱਥਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜੀਵ ਪੈਦਾ ਕੀਤਾ ਹੈ ਉਸ ਪਰਮੇਸ਼ਰ ਨੇ, ਪਰ ਉਸ ਪੈਦਾ ਕੀਤੇ ਹੋਏ ਜੀਵ ਨੂੰ ਉਹ ਭੁੱਖਿਆ ਨਹੀਂ ਮਰਨ ਦਿੰਦਾ। ਉਸ ਜੀਵ ਨੂੰ ਵੀ, ਉਸ ਕੀੜੇ ਨੂੰ ਵੀ ਉਹ ਉੱਥੇ ਰਿਜ਼ਕ ਪਹੁੰਚਾ ਦਿੰਦਾ ਹੈ। ਇਸ ਕਰਕੇ ਤੂੰ ਆਪਣੇ ਰਿਜ਼ਕ ਨੂੰ ਲੈ ਕੇ ਚਿੰਤਾ ਦੇ ਵਿੱਚ ਹਰ ਵੇਲੇ ਇਸ ਪਾਸੇ ਨਾ ਜ਼ਿਆਦਾ ਤੜਫ। ਤੇਰੇ ਤੜਫਣ ਦੇ ਨਾਲੋਂ ਹੀ ਪਹਿਲਾਂ ਹੀ ਉਹਨੂੰ ਪਤਾ ਹੈ ਵੀ ਮੈਂ ਇਹਨੂੰ ਪੈਦਾ ਕੀਤਾ ਹੈ ਤੇ ਇਹਦੀ ਸੰਭਾਲ ਮੈਂ ਕਰਨੀ ਹੈ। ਤਾਂ ਹੀ ਤੇ ਪਿੱਛੇ ਜਪਜੀ ਸਾਹਿਬ ਵਿੱਚ ਸਾਹਿਬ ਨੇ ਕਿਹਾ ਸੀ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ। ਉਹ ਕਰ ਕਰਕੇ ਇਹ ਨਹੀਂ ਵੀ ਪੈਦਾ ਕਰ ਰਿਹਾ ਬਾਅਦ ਵਿੱਚ ਧਿਆਨ ਨਹੀਂ ਦਿੰਦਾ, ਨਾਲ ਵੇਖੈ। ਵੇਖੈ ਦਾ ਭਾਵ ਉਹ ਸੰਭਾਲ ਵੀ ਕਰਦਾ ਹੈ, ਇਕੱਲਿਆਂ ਪੈਦਾ ਨਹੀਂ ਕਰ ਰਿਹਾ, ਪੈਦਾ ਕਰਕੇ ਉਹ ਜੀਵਾਂ ਦੀ ਸੰਭਾਲ ਵੀ ਕਰ ਰਿਹਾ ਹੈ। ਇਸ ਕਰਕੇ ਤੂੰ ਗੁਰੂ ਨਾਲੋਂ ਪਾਸੇ ਨਾ ਹੋਵੇਂ। ਇਹ ਨਹੀਂ ਵੀ ਜਿਹੜਾ ਸਮਾਂ ਗੁਰੂ ਦੇ ਲਈ ਕੱਢਣਾ ਸੀ, ਗੁਰਬਾਣੀ ਸਮਝਣੀ ਸੀ, ਸਮਝ ਕੇ ਜੀਵਨ ਵਿੱਚ ਜਿਉਣੀ ਸੀ, ਉਸ ਤੋਂ ਪਾਸੇ ਨਾ ਹੋਵੇਂ। ਇਕੱਲਾ ਆਪਣੇ ਰਿਜ਼ਕ ਦੇ ਆਹਰ ਵਾਲੀ ਨਾ ਲੱਗਾ ਰਵੀਂ ਵੀ ਸ਼ਾਇਦ ਮੈਂ ਇਕੱਠਿਆਂ ਕਰੀ ਜਾਵਾਂ, ਪਤਾ ਨਹੀਂ ਬਾਅਦ ਵਿੱਚ ਮਿਲੇਗਾ ਕਿ ਨਹੀਂ ਮਿਲੇਗਾ। ਉਹ ਹਰ ਇੱਕ ਮਨੁੱਖ ਦਾ ਪ੍ਰਬੰਧ ਆਪਣੇ ਵੱਲੋਂ ਕਰਕੇ ਬੈਠਾ ਹੈ, ਹਰ ਇੱਕ ਦੀ ਸਾਰ ਲੈਣ ਵਾਲਾ ਪਰਮੇਸ਼ਰ ਹੈ। ਇਸੇ ਕਰਕੇ ਭਗਤ ਧੰਨਾ ਜੀ ਦਾ ਸ਼ਬਦ ਆਪਾਂ ਪਿਛਲੀ ਵਾਰ ਵੀ ਸਾਂਝਾ ਕੀਤਾ ਸੀ। ਉਹ ਸ਼ਬਦ ਦੇ ਵਿੱਚ ਬੜੀ ਡਿਟੇਲ ਦੇ ਨਾਲ ਸਮਝਾਉਂਦੇ ਨੇ ਕਿ ਵੇਖ ਆ ਵੀ ਜੀਵ ਜੰਤੂ ਨੇ, ਇਹਨਾਂ ਦੀ ਵੀ ਪ੍ਰਤਪਾਲਣਾ ਮੇਰਾ ਮਾਲਕ ਕਰੀ ਜਾ ਰਿਹਾ ਹੈ, ਤੂੰ ਕਾਹਦੀ ਟੈਨਸ਼ਨ ਲੈਂਦਾ ਹੈ। ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬੈ ਹੈ ਨਾ ਜਾਣਸ ਕੋਈ। ਕਾਹਦੇ ਤੋਂ ਪਰਮੇਸ਼ਰ ਨੂੰ, ਦੀਨ ਨੂੰ, ਦਿਆਲ ਨੂੰ, ਦਮੋਦਰ ਨੂੰ ਯਾਦ ਨਹੀਂ ਕਰਦਾ। ਕਿਸੇ ਹੋਰ ਨੂੰ ਨਾ ਸਮਝ ਵੀ ਜਿਹੜਾ ਤੇਰੇ ਨੇੜੇ ਆ ਜਾਏਗਾ। ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬੈ ਹੈ ਨਾ ਜਾਣਸ ਕੋਈ। ਜੇ ਧਾਮੈ ਹੈ ਬ੍ਰਹਮੰਡ ਖੰਡ ਕਉ, ਕਰਤਾ ਕਰੇ ਸੋ ਹੋਈ। ਜੇ ਚਾਰੇ ਦਿਸ਼ਾਵਾਂ ਦੇ ਵਿੱਚ ਤੂੰ ਆਪਣੇ ਵੱਲੋਂ ਭੱਜ ਵੀ ਲਵੇਂਗਾ, ਦੌੜ ਵੀ ਲਵੇਂਗਾ, ਕਿਉਂਕਿ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਮਨੁੱਖ ਕਿਰਤੀ ਨਾ ਹੋਵੇ, ਉਦਮੀ ਨਾ ਹੋਵੇ। ਸਿੱਖੀ ਦਾ ਪਹਿਲਾ ਸਿਧਾਂਤ ਹੀ ਹੈ ਵੀ ਮਨੁੱਖ ਕਿਰਤ ਕਰਨ ਵਾਲਾ ਹੋਵੇ, ਪਰ ਕਿਰਤ ਕਰਦਿਆਂ ਕਰਾਉਂਦਿਆਂ ਆਪਣੀ ਰੋਜ਼ੀ ਦਾ ਪ੍ਰਬੰਧ ਕਰਨਾ ਹੈ, ਜੀਵਨ ਨਿਰਬਾਹ ਦਾ ਪ੍ਰਬੰਧ ਕਰਨਾ ਹੈ। ਪਰ ਇਹ ਨਹੀਂ ਹੈ ਕਿ ਦੂਸਰਾ ਸਿਧਾਂਤ ਉਹਦੇ ਤੇ ਲਾਗੂ ਨਹੀਂ ਹੁੰਦਾ, ਨਾਲ ਨਾਮ ਜਪਣਾ ਵੀ ਹੈ। ਕਿਰਤ ਤਾਂ ਹੈ ਤੈਨੂੰ ਦਰ ਦਰ ਤੇ ਮੰਗਣਾ ਨਾ ਪਵੇ,
तेरे कोल अपनी इज्जत दी रोटी होवे, इज्जत दा मकान होवे, सब कुछ होवे, किरत करो फिर नाम जपो। नाम जपना भी अत लाजमी है। गुरु साहब अज कह रहे ने कि वेख तू आहर दे विच इन्ना मस्त हो जाना भी तैनू भुल ही जाता भी मेरा जीवन मनोरथ की है। रे चित चेतस की ना दयाल दमोदर बिबह न जानस कोई, जे धाम है ब्रह्मांड खंड कौ करता करे सो होई। भावें चारे दिशावां विच भज लै, तेरा कीता होया कुछ नहीं होना, होना वही है जिहड़ा परमेश्वर चाहेगा। रिस्क दे लई नੱਠਦਾ है। तू मैनू दस जदों मां दे पेट दे विच सी उदों तू किहड़ा उद्यम कीता भी तैनू रिजक मिलिया? उदों भी तूने रिस्क दिता, तेरी सार रखी। जननी केरे उदर उदक मह पिंड किया 10 द्वारा। मां दे पेट विच तेरा शरीर उन्हें बनाया, दे आहार अगन मह राखै। ऐसा खसम हमारा उस अग्नि दे अंदर भी मेरे मालिक ने तेरी सार कीती है, तेरी सार लई है, तैनू उत्थे वदन फुੱਲਣ विच सहायता कीती, ना कि उस अग दे विच तू सड़ के सुआह हो गया। कुम्मी जल मह तन तिस बाहर, पंख खीर तिन नाही, पूरन परमानंद मनोहर, समझ देख मन माही। वेख कच्छू कुम्मी पानी तो बाहर आके आंडे दिंदी है ते आंडे दे के दोबारा पानी में चली जाती है। वो आंडियां विचों बच्चे पैदा होंदे ने, ना तो कच्छू कम्मी उन्हां नूं दुध पिआउंदी है ते ना ही उन्हां बच्चियां दे कोई खंभ ने भी उड़ के अपने रिजक दा प्रबंध कर लैण। उत्थे भी उन्हां दे रिजक दा प्रबंध मेरा परमेश्वर आप करदा है। अगली उदाहरण दिंदे ने, पाखण कीट गुप्त हुए रहता, जिन्हों हुणे गुरु साहब कहते सैल पत्थर में जंत उपाए। पाखण कीट गुप्त होए रहता, ताचो मार्ग नाही कहे तन्ना, पूर्ण ताहू को मत रे जी डराही। जी न डरा काहे रे मन चित में उद्दम जा आहर, हर जियो परया सैल पत्थर मह जंत उपाए, ताका रिजक आगे कर धरिया। अगला बंद गुरु साहब कहते ने, जनन पिता लोक सुत बनता, कोई ना किसकी धरिया। जनन भाव जननी, पिता लोक जिन्होंने असीं अपना आला दुआला मानते हैं, सुत पुत्र बनता इस्त्री अपनी घरवाली। इन्हां विचों कोई भी किसी की धिर नहीं हैगी, सारे उस मालिक दे बनाए हुए संजोग विच मिले ने, पर कोई भी किसी की धिर नहीं है, कोई भी नहीं धिर। धिर केवल तेरी परमेश्वर है। बहाने बन जाते ने, पर असल विच इन्हां दे पिछे परमेश्वर आप है, क्योंकि वही ये सारे रिश्ते बनाउण वाला है, सारा कुछ देण वाला है। सिर सिर रिजक संभाहे ठाकुर, हर एक दे सिर ते भाव रिजक पहुँचाउंदा है हर एक नूं। कहण तो भाव कोई ऐसा नहीं जिहड़ा परमेश्वर की निगाह दे विचों लांभे हो जाए। सरकारां उन्हां दी निगाह दे विचों कोई लांभे हो के भुखा मर सकदा है, उन्होंने रोटी ना मिले, उन्होंने कपड़ा ना मिले, उहदा दवाई दारू का प्रबंध ना होवे, पर जिहड़ियां वस्तां परमेश्वर ने देणियां ने वो सिर सिर रिजक संभाहे ठाकुर। काहे मन हे मेरे मना कादे तो भौ करिया, फिर कादे लई डरदा पिया है? क्योंकि परमेश्वर हर एक मनुख नूं रिजक पहुँचाउण वाला है। ना कर चिंत चिंता है करते, हर जल थल देवै जियां सबते। हर एक नूं रिजक पहुँचाउण वाला परमेश्वर है। अगली उदाहरण गुरु साहब दिंदे ने, ऊडे ऊड आवे सै कोसां, उड उड के आउंदी है 100 कूहां तो, तिस पाछै बचरे छरिया, कूंज अपने बच्चे छड्ड के 100 कौहां दूर भी चली जाती है। तो मैनू दस भी पिछे उन्हां दी पालना पोषणा करन वाला कौन है? उन्हें एक सिस्टम बनाया होया है, 3 कवन खिलावे, उन्होंने कौन खवावेगा?
ਕਵਣ ਚੁਗਾਵੇ। ਕੌਣ ਜਿਹੜਾ ਉਹਨਾਂ ਕੂੰਜਾਂ ਦੇ ਬੱਚਿਆਂ ਨੂੰ ਚੋਗਾ ਚਗਾਵੇਗਾ, ਖਵਾਵੇਗਾ ਕੌਣ? ਮਨ ਮਹਿ ਸਿਮਰਨ ਕਰਿਆ। ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੈ। ਜੈਸੇ ਬਚਰੈ ਕੂੰਜ ਮਨ ਮਾਇਆ ਮਮਤਾਰੀ। ਜਿਵੇਂ ਕੂੰਜ ਆਪਣੇ ਦਾਣੇ ਚੁਗਦੀ ਹੈ ਤੇ ਦਾਣਾ ਚੁਗ ਕੇ ਆਪਣੇ ਬੱਚੇ ਨੂੰ ਯਾਦ ਕਰਦੀ ਹੈ, ਤੇ ਪਰਮੇਸ਼ਰ ਨੇ ਐਸਾ ਕਾਨੂੰਨ, ਐਸਾ ਇੱਕ ਨਿਯਮ ਬਣਾਇਆ ਹੈ, ਉਹਦਾ ਯਾਦ ਕੀਤਾ ਹੋਇਆ ਉਹਦੇ ਬੱਚੇ ਨੂੰ ਉਸ ਖਾਧੇ ਹੋਏ ਭੋਜਨ ਵਿੱਚੋਂ ਹਿੱਸਾ ਪਹੁੰਚਾ ਦਿੰਦਾ ਹੈ। ਖਾ ਮਾਰ ਰਹੀ ਹੈ ਪਰ ਉਸ ਭੋਜਨ ਦੀ એનર્ਜੀ ਉਹਦੇ ਬੱਚਿਆਂ ਨੂੰ ਪ੍ਰਾਪਤ ਹੋ ਰਹੀ ਹੈ। ਮਨ ਮਹਿ ਸਿਮਰਨ ਕਰਿਆ ਸਭ ਨਿਧਾਨ। ਕਿਉਂ? ਅਖੀਰ ਉਦਾਹਰਣ ਦਿੰਦੇ ਨੇ, ਕਿਉਂਕਿ ਜਿੰਨੇ ਵੀ ਨਿਧਾਨ ਭਾਵ ਖਜ਼ਾਨੇ ਨੇ ਸਾਰੇ, ਸਭ ਨਿਧਾਨ ਸਾਰੇ ਖਜ਼ਾਨੇ, 10 ਅਸ਼ਟ 10 ਤੇ 8 18 ਸਿਧਾਨ ਠਾਕੁਰ ਕਰ ਤਲ ਧਰਿਆ। ਕਰ ਦਾ ਭਾਵ ਹੈ ਹੱਥ, ਤਲ ਦਾ ਭਾਵ ਹੈ ਹੱਥ ਦੀ ਤਲੀ। ਭਾਵ ਇਹ ਜਿੰਨੇ ਵੀ ਖਜ਼ਾਨੇ ਨੇ, ਜਿੰਨੀਆਂ ਵੀ ਰਿੱਧੀਆਂ ਸਿੱਧੀਆਂ ਪਰਮੇਸ਼ਰ ਦੇ ਹੱਥ ਦੀ ਤਲੀ ਤੇ ਨੇ। ਕਹਿਣ ਤੋਂ ਭਾਵ ਪਰਮੇਸ਼ਰ ਹਰ ਇੱਕ ਚੀਜ਼ ਕਰਨ ਦੇ ਸਮਰੱਥ ਹੈ। ਇਸ ਕਰਕੇ ਤੂੰ ਆਪਣੇ ਚਿੰਤਾ, ਆਪਣੇ ਫਿਕਰ ਛੱਡ ਕੇ ਆਪਣੇ ਜੀਵਨ ਦੇ ਵਿੱਚ ਕੇਵਲ ਉਦਮ ਕਰ, ਤੇ ਉਦਮ ਕਰਦਿਆਂ ਕਰਾਉਂਦਿਆਂ ਆਪਣੇ ਜੀਵਨ ਦੇ ਵਿੱਚੋਂ ਸੱਚ ਨੂੰ ਲਾਮੇ ਨਾ ਆਉਣ ਦੇ। ਕਿਉਂਕਿ ਅਸੀਂ ਆਪਣੇ ਰਿਜ਼ਕ ਦੇ ਲਈ ਝੂਠ ਦਾ ਸਹਾਰਾ ਵੀ ਲੈ ਲੈਂਦੇ ਹਾਂ, ਕੂੜ ਦਾ ਸਹਾਰਾ ਵੀ ਲੈ ਲੈਂਦੇ ਹਾਂ, ਭੈੜੇ ਤੋਂ ਭੈੜੇ ਕਰਮ ਦਾ ਸਹਾਰਾ ਵੀ ਲੈ ਲੈਂਦੇ। ਗੁਰੂ ਸਾਹਿਬ ਅੱਜ ਕਹਿ ਰਹੇ ਨੇ ਸੱਚ ਨੂੰ ਪਾਸੇ ਨਾ ਹੋਣ ਦੇ। ਤੈਨੂੰ ਸੱਚ ਛੱਡਣ ਦੀ ਲੋੜ ਨਹੀਂ ਆਪਣੇ ਇਹਨਾਂ ਖਾਣ ਪੀਣ ਦੇ ਲਈ, ਆਪਣੀ ਰੋਜ਼ੀ ਰੋਟੀ ਦੇ ਲਈ। ਤੇਰੀ ਰੋਜ਼ੀ ਰੋਟੀ ਤੈਨੂੰ ਮਿਲ ਹੀ ਜਾਣੀ ਹੈ। ਆਪਣੇ ਸੱਚ ਤੇ ਟਿਕਿਆ ਰਹਿ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਤੇਰੇ ਅੰਤ ਨੂੰ ਪਾਰਾ ਵਰਿਆ ਭਾਵ ਤੇਰੇ ਉਰਵਾਰ ਪਾਰ ਦਾ ਕਿਸੇ ਨੂੰ ਸਮਝ ਨਹੀਂ। ਤੂੰ ਇੰਨਾ ਬੇਅੰਤ ਹੈ, ਹਰ ਇੱਕ ਦੀ ਪਾਲਣਾ ਕਰਨ ਵਾਲਾ ਹੈ। ਕਹਿਣ ਤੋਂ ਭਾਵ ਗੁਰੂ ਸਾਹਿਬ ਕਹਿ ਰਹੇ ਨੇ ਆਪਣੀ ਕਿਰਤ ਉੱਚੀ ਸੁੱਚੀ ਰੱਖ ਕੇ ਜੀਵਨ ਗੁਜ਼ਾਰੀ। ਜੀਵਨ ਕਿਰਦਾਰ ਤੇਰਾ ਨੀਵਾਂ ਨਾ ਹੋਵੇ, ਸੱਚ ਦੀ ਸੰਗਤ ਤੇਰੇ ਕੋਲ ਰਵੇ ਗੁਰੂ ਦੀ ਕਿਰਪਾ ਦੇ ਨਾਲ, ਤੇ ਫਿਰ ਤੈਨੂੰ ਰੋਜ਼ੀ ਦਾ ਫਿਕਰ ਕਰਨ ਦੀ ਲੋੜ ਨਹੀਂ। ਇਹ ਨਹੀਂ ਹੈ ਦੁਨੀਆ ਦੇ ਉੱਤੇ ਜੇ ਤੂੰ ਸੱਚ ਦਾ ਪੱਲਾ ਛੱਡੇਗਾ ਕਿ ਕੋਈ ਤੇਰੀ ਰੋਜ਼ੀ ਨੂੰ ਵੀ ਖੋ ਸਕਦਾ ਹੋਵੇਗਾ। ਨਹੀਂ, ਤੇਰੀ ਰੋਜ਼ੀ ਤੇ ਕਿਸੇ ਦਾ ਅਧੀਨ ਨਹੀਂ ਹੈ, ਅਧੀਨ ਹੈ ਕੇਵਲ ਪਰਮੇਸ਼ਰ ਦੇ। ਅੱਜ ਵਾਲੇ ਸ਼ਬਦ ਅੰਦਰ ਸਤਿਗੁਰੂ ਜੀ ਇਹੀ ਕਿਰਪਾ ਕਰਦੇ ਨੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।